ਮਾਝ ਮਹੱਲਾ ਪੰਜਵਾ। ਉਹ ਪ੍ਰਮਾਤਮਾ ਕਿੱਥੇ ਰਹਿੰਦਾ ਜੀ? ਬੇਨਤੀ ਕੀਤੀ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਿਤੇ ਵੀ ਨਹੀਂ ਰਹਿੰਦਾ। ਫਿਰ ਮਹਾਰਾਜ ਕਿੱਥੇ ਰਹਿੰਦਾ ਹੈ? ਸਭ ਕਿਛ ਘਰ ਮਹਿ ਬਾਹਰ ਨਾਹੀ, ਬਾਹਰ ਟੋਲੇ ਸੋ ਭਰਮ ਭੁਲਾਈ। ਕਹਿੰਦੇ ਭਲਿਓ ਉਹ ਤਾਂ ਪ੍ਰਮਾਤਮਾ, ਸਾਰੀਆਂ ਵਸਤੂਆਂ ਦਾ ਮਾਲਕ ਪ੍ਰਮਾਤਮਾ ਅੰਤਸ਼ਕਰਨ ਦੇ ਅੰਦਰ ਹੀ ਬੈਠਾ ਹੈ। ਬਾਹਰ ਕਿੱਥੇ ਦੇਖਣ ਜਾਣਾ ਉਹਨੂੰ? ਬਾਹਰ ਨਹੀਂ। ਜਿਹੜੇ ਬੰਦੇ ਅੰਤःਕਰਨ ਤੋਂ ਬਾਹਰ ਨਿਕਲ ਕੇ ਟੋਲਦੇ ਫਿਰਦੇ, ਉਹ ਭਰਮ ਵਿੱਚ ਪੈ ਕੇ ਭੁੱਲਿਆ ਹੀ ਫਿਰਦਾ ਵਿਚਾਰਾ, ਉਹਨੂੰ ਨਹੀਂ ਪ੍ਰਾਪਤੀ ਹੁੰਦੀ। ਗੁਰ ਪ੍ਰਸਾਦੇ ਜਿਨਿ ਅੰਤਰ ਪਾਇਆ, ਸੋ ਅੰਤਰ ਬਾਹਰ ਸੁਹੇਲਾ ਜੀਓ। ਸਤਿਗੁਰੂ ਦੀ ਕਿਰਪਾ ਨਾਲ ਜਿਹਨੇ ਹਿਰਦੇ ਦੇ ਅੰਦਰ ਹੀ ਪ੍ਰਾਪਤ ਕਰ ਲਿਆ ਨਾ, ਉਹ ਘਰ ਦੇ ਅੰਦਰ ਬਾਹਰ ਸਾਰੇ ਕਿਤੇ ਸੁਖੀ ਰਹਿੰਦਾ। ਮਿਹਨਤ ਕਰਨੀ ਪੈਂਦੀ, ਅਭਿਆਸ ਕਰਦਿਆਂ ਕਰਦਿਆਂ ਸਾਰੀ ਰਾਤ ਜੀਵਾਂ ਨੂੰ ਜਦੋਂ ਪਰਮਾਤਮਾ ਦੇ ਅੰਦਰ ਦਰਸ਼ਨ ਹੁੰਦੇ, ਆਤਮਿਕ ਜੋਤ ਦਿਖਦੀ ਹੈ, ਫਿਰ ਸਰੀਰਾਂ ਨਾਲੋਂ ਵੱਖਰੇ ਹੋ ਜਾਂਦੇ ਨੇ। ਸਾਰਾ ਜਾਤੀ ਅਭਿਮਾਨ, ਵਿਦਿਆ ਦਾ ਅਭਿਮਾਨ, ਪੈਸੇ ਦਾ ਅਭਿਮਾਨ, ਸਭ ਚੀਜ਼ਾਂ ਖਤਮ ਹੋ ਕੇ ਆਤਮਿਕ ਗਿਆਨੀ ਬਣ ਜਾਂਦਾ। ਸਤਿਗੁਰੂ ਕਹਿੰਦੇ ਉਹੀ ਸੁਖੀ ਰਹਿੰਦਾ ਜਿਹੜਾ ਅੰਦਰੋਂ ਉਸ ਜੋਤ ਨੂੰ ਲੱਭ ਲੈਂਦਾ। ਝਿਮ ਝਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ ਸੁਨ ਸ਼ਬਦ ਵਿਚਾਰਾ। ਝਿਮ ਝਿਮ ਹੁੰਦਾ ਇੱਕ ਰਸ, ਛਮਾ ਛਮ। ਗੁਰੂ ਰੂਪ ਬੱਦਲ ਨਾਮ ਰੂਪ ਅੰਮ੍ਰਿਤ ਧਾਰਾ ਨੂੰ ਵਰਸਾਉਣਾ ਕਰਦੇ ਨੇ। ਜਿਵੇਂ ਬਰਸਾਤ ਹੁੰਦੀ ਹੈ, ਇਉਂ ਫਿਰ ਅੰਮ੍ਰਿਤ ਦਾ ਮੀਂਹ ਪੈਂਦਾ। ਪਰ ਇਸ ਅੰਮ੍ਰਿਤ ਨੂੰ ਉਹ ਬੰਦਾ ਪੀਂਦਾ ਜੋ ਪਹਿਲੇ ਗੁਰ ਸ਼ਬਦ ਨੂੰ ਸੁਣਦਾ ਹੈ, ਫਿਰ ਉਹਨੂੰ ਮੰਨਣ ਕਰਦਾ ਹੈ, ਫਿਰ ਉਹਨੂੰ ਵਿਚਾਰ ਦਾ ਨਿਧਿਆਸਣ ਕਰਦਾ ਹੈ। ਇਸ ਕਰਕੇ ਮਨ ਪੀਵੈ ਸੁਣ, ਪਹਿਲਾਂ ਸੁਣਦਾ, ਫਿਰ ਉਹ ਸ਼ਬਦ ਨੂੰ ਮੰਨਣ ਕਰਦਾ, ਫਿਰ ਉਹਦੀ ਵਿਚਾਰ ਕਰਦਾ। ਆਨੰਦ ਵਿਨੋਦ ਕਰੇ ਦਿਨ ਰਾਤੀ, ਸਦਾ ਸਦਾ ਹਰ ਕੇ ਲਾਜੀਓ। ਨਿਧਿਆਸਣ ਕਰਨ ਵਾਲਾ ਜਿਹੜਾ ਪੁਰਸ਼ ਹੀ ਹੈ, ਜੋ ਸਦਾ ਨਿਤ ਰੂਪ ਵਾਹਿਗੁਰੂ ਅਕਾਲ ਪੁਰਖ ਸੱਚੇ ਪਾਤਸ਼ਾਹ ਹਰੀ ਸਦਾ ਹੀ ਕੇਲਾਂ ਖੁਸ਼ੀਆਂ ਦੇ ਕਰਨ ਵਾਲਾ ਹੈ, ਉਹਦੀ ਪ੍ਰਾਪਤੀ ਕਰਦਾ ਉਹ ਬੰਦਾ। ਨਿਧਿਆਸਣ ਕਰਨ ਵਾਲਾ ਬੰਦਾ ਜਿਹੜਾ, ਉਹ ਉਹਦਾ ਹੀ ਰੂਪ ਬਣ ਜਾਂਦਾ ਹੈ। ਉਹਦੇ ਆਨੰਦਦਾਇਕ ਕੌਤਕਾਂ ਨੂੰ ਦਿਨ ਰਾਤ ਲੈਣਾ ਕਰਦੇ, ਆਨੰਦ ਮਾਣਦੇ ਨੇ, ਕਿਉਂਕਿ ਆਨੰਦ ਵਿਨੋਦ ਕਰੇ ਦਿਨ ਰਾਤੀ, ਸਦਾ ਸਦਾ ਹਰ ਕੇਲਾ ਜੀਓ। ਸੋ ਇਸ ਕਰਕੇ ਨਿਧਿਆਸਣ ਜੀ ਨੇ ਕੀਤਾ। ਪਹਿਲਾਂ ਆਇਆ ਸੀ ਬਚਨ ਸੁਣਨਾ, ਫਿਰ ਆਇਆ ਮੰਨਣਾ, ਫਿਰ ਆਇਆ ਕਮਾਉਣਾ। ਇਸ ਤਰ੍ਹਾਂ ਕਮਾਉਣ ਤੋਂ ਭਾਵ ਨਿਧਿਆਸਣ ਕਰਨ ਵਾਲਾ ਪੁਰਸ਼ ਹੀ ਜੋ ਸਦਾ ਤੋਂ ਭਾਵ ਹੁੰਦਾ, ਜੋ ਨਿਤ ਰੂਪ ਵਾਹਿਗੁਰੂ ਹੈ, ਹਰੀ ਪ੍ਰਮਾਤਮਾ ਸਦਾ ਹੀ ਜੋ ਖੁਸ਼ੀਆਂ ਦੇ ਕਰਨ ਵਾਲਾ ਹੈ, ਉਹਦੇ ਆਨੰਦਦਾਇਕ ਕੌਤਕਾਂ ਨੂੰ ਰਾਤ ਦਿਨ ਉਹੀ ਬੰਦਾ ਪ੍ਰਾਪਤ ਕਰ ਸਕਦਾ, ਦੇਖ ਸਕਦਾ, ਲੈ ਸਕਦਾ, ਆਨੰਦ ਮਾਣ ਸਕਦਾ। ਜਨਮ ਜਨਮ ਕਾ ਵਿਛੜਿਆ ਮਿਲਿਆ, ਸਾਧ ਕਿਰਪਾ ਤੇ ਸੂਕਾ ਹਰਿਆ। ਉਹ ਬੰਦਾ ਜਨਮਾਂ ਜਨਮਾਂਤਰਾਂ ਦਾ ਵਿਛੜਿਆ ਹੋਇਆ ਵਾਹਿਗੁਰੂ ਨਾਲ ਮਿਲ ਗਿਆ ਆ ਕੇ। ਹੁਣ ਜਿਹਦਾ ਸੁੱਕਾ ਅੰਤःਕਰਨ ਅੰਦਰੋਂ ਬਿਲਕੁਲ ਹੀ ਸੁੱਕਿਆ ਪਿਆ ਸੀ, ਨਿਸ਼ਰਦਕ ਪੁਣਾ ਹੋ ਗਿਆ ਸੀ, ਜਿੱਥੇ ਉਹ ਸੰਤਾਂ ਮਹਾਤਮਾ ਦੀ ਕਿਰਪਾ ਨਾਲ ਸ਼ੁਭ ਗੁਣਾਂ ਨੂੰ ਪਾ ਕੇ ਹੁਣ ਹਰਾ ਭਰਾ ਹੋ ਗਿਆ। ਪਹਿਲਾਂ ਤਾਂ ਉਹਦਾ ਮਨ ਟੁੱਟਿਆ ਹੋਇਆ ਸੀ, ਹੁਣ ਜਿਵੇਂ ਸਾਰਿਆਂ ਦੇ ਮਨ ਟੁੱਟੇ ਜਿਹੇ ਹੋਏ ਨੇ ਇੱਧਰੋਂ, ਜ਼ਿਆਦਾਤਰ ਬਸ ਸਿਰਫ ਇੱਕ ਮਾਇਆ ਵੱਲ ਨੂੰ ਜੁੜਿਆ ਹੋਇਆ ਜ਼ਿਆਦਾ ਮਨ, ਟੁੱਟਿਆ ਜਿਹਾ ਮਨ। ਕੋਈ ਇੱਕ ਅੱਧਾ ਪਾਠ ਕਰ ਲਿਆ, ਕੀ ਕਹਿਣਾ, ਕੋਈ ਬਾਹਲਾ ਨਹੀਂ ਹੈ ਇੱਧਰ ਨੂੰ ਧਿਆਨ। ਮਹਾਰਾਜ ਕਹਿੰਦੇ ਜਦੋਂ ਕੋਈ ਪੂਰਨ ਪੁਰਖ ਮਿਲਦਾ, ਕਦੇ ਗੁਰੂ ਸਾਹਿਬ ਦੀ ਕਿਰਪਾ ਹੋਈ, ਤਾਂ ਫਿਰ ਉਹਨੂੰ ਉਹ ਬਾਣੀ ਦਾ ਰਸ ਆਉਣ ਲੱਗਦਾ, ਫਿਰ ਕਿਤੇ ਜਾ ਕੇ ਹਰਾ ਭਰਾ ਹੁੰਦਾ। ਸਮਤ ਪਾਏ ਨਾਮ ਧਿਆਏ, ਗੁਰਮੁਖ ਹੋਏ ਮੇਲਾ ਜੀਓ। ਗੁਰਾਂ ਦੁਆਰੇ ਸਮੱਤੀ ਪਾ ਕੇ ਜਿਹਨੇ ਨਾਮ ਨੂੰ ਧਿਆਇਆ, ਪਹਿਲਾਂ ਸਮੱਤ ਸਤਿਗੁਰੂ ਤੋਂ ਲੈਣੀ ਪੈਂਦੀ, ਉਸ ਗੁਰਮੁਖ ਦਾ ਵਾਹਿਗੁਰੂ ਨਾਲ ਫਿਰ ਮੇਲਾ ਹੋਇਆ, ਮਿਲਾਪ ਹੋਇਆ। ਜਲ ਤਰੰਗ ਜਿਉਂ ਜਲ ਹੈ ਸਮਾਇਆ, ਤਿਉਂ ਜੋਤੀ ਸੰਗ ਜੋਤ ਮਿਲਾਇਆ। ਜਿਵੇਂ ਪਾਣੀ ਦੇ ਬੁਲਬੁਲੇ ਪਾਣੀ ਵਿੱਚ ਆ ਕੇ ਸਮਾ ਜਾਂਦੇ ਨੇ, ਤਰੰਗ ਹੁੰਦੀਆਂ ਲਹਿਰਾਂ, ਲਹਿਰਾਂ ਜਿਵੇਂ ਸਮਾ ਜਾਂਦੀਆਂ ਨੇ ਪਾਣੀ 'ਚੋਂ ਲਹਿਰਾਂ ਉੱਠ ਕੇ, ਇਵੇਂ ਜੋਤੀ ਪ੍ਰਮਾਤਮਾ ਨਾਲ ਗੁਰਮੁਖਾਂ ਨੇ ਆਪਣੀ ਜੋਤ ਨੂੰ ਮਿਲਾ ਲਿਆ। ਤਿਵੇਂ ਜੋਤੀ ਪ੍ਰਮਾਤਮਾ ਨਾਲ ਉਹਦੀ ਜੋਤ ਮਿਲ ਗਈ, ਇੱਕਮਿਕ ਹੋ ਗਈ। ਬਸ ਇਹੀ ਆਪਣੀ ਮੰਜ਼ਿਲ। ਜਦੋਂ ਜੋਤ ਨਾਲ ਜੋਤ ਮਿਲ ਗਈ, ਮੰਜ਼ਿਲ ਤੇ ਪਹੁੰਚ ਗਿਆ, ਫਿਰ ਕੋਈ ਫਿਕਰ ਫਾਕਾ ਨਹੀਂ। ਸਤਿਗੁਰੂ ਕਹਿੰਦੇ ਸਾਰੇ ਫਿਕਰ ਹੀ ਮੁੱਕ ਜਾਂਦੇ ਨੇ। ਕਹੋ ਨਾਨਕ ਭ੍ਰਮ ਕੱਟੇ ਕਿਵਾੜਾ, ਬੌੜ ਨਾ ਹੋਈਐ ਜੌਲਾ ਜੀਓ। ਜੌਲਾ ਹੁੰਦਾ ਜੁਦਾ, ਵੱਖਰਾ ਨਹੀਂ ਹੁੰਦਾ। ਸਤਿਗੁਰੂ ਫਰਮਾਉਂਦੇ ਨੇ
ਜਿਹਨੇ ਭਰਮ ਰੂਪ ਜਿਹੜੇ ਕਵਾੜ ਹੁੰਦੇ, ਤਖਤੇ ਵੱਡੇ ਵੱਡੇ ਜਿਵੇਂ ਕਿਲਿਆਂ ਦੇ ਦਰਵਾਜ਼ੇ ਹੁੰਦੇ ਵੱਡੇ ਲੱਕੜ ਦੇ, ਉਹ ਫਿਰ ਪ੍ਰਮਾਤਮਾ ਤੋਂ ਵੱਖਰਾ ਨਹੀਂ ਹੁੰਦਾ, ਕਿਉਂਕਿ ਭਰਮ ਦੇ ਜਿਹੜੇ ਦਰਵਾਜ਼ੇ ਸੀਗੇ, ਭਰਮ ਕੇ ਪਰਦੇ ਸਤਿਗੁਰ ਖੋਲੇ, ਉਹਦੇ ਭਰਮ ਦੇ ਕਵਾੜ ਕੱਟ ਦਿੱਤੇ ਮਹਾਰਾਜ ਨੇ। ਮਾਝ ਮਹੱਲਾ ਪੰਜਵਾ। ਤਿਸ ਕੁਰਬਾਣੀ ਜਿਨ ਤੂੰ ਸੁਣਿਆ, ਤਿਸ ਬਲਿਹਾਰੀ ਜਿਨ ਰਸਨਾ ਭਣਿਆ। ਇਹ ਵਾਹਿਗੁਰੂ ਜਿਨ੍ਹਾਂ ਨੇ ਤੇਰਾ ਨਾਮ ਸੁਣਿਆ ਬਹਿ ਕੇ, ਉਹਨਾਂ ਤੋਂ ਮੈਂ ਕੁਰਬਾਨ ਜਾਵਾਂ, ਬਲਿਹਾਰ ਜਾਵਾਂ। ਸ਼ੁਕਰ ਆ ਉਹਨਾਂ ਨੇ ਇੱਧਰ ਨੂੰ ਟਾਈਮ ਕੱਢਿਆ ਆਪਣਾ, ਸ਼ੁਕਰ ਆ ਉਹ ਇਸ ਪਾਸੇ ਨੂੰ ਲੱਗੇ ਨੇ। ਇਹ ਵਾਹਿਗੁਰੂ ਜਿਨ੍ਹਾਂ ਨੇ ਤੇਰਾ ਨਾਮ ਜੀਭ ਨਾਲ ਜਪਿਆ, ਕਥਨ ਕੀਤਾ, ਉਹਨਾਂ ਤੋਂ ਵੀ ਬਲਿਹਾਰ ਜਾਵਾਂ, ਬਲਿਹਾਰ ਜਾਵਾਂ। ਚੰਗਾ ਹੋ ਗਿਆ ਤੁਸੀਂ ਇਸ ਪਾਸੇ ਲੱਗ ਕੇ ਤਰ ਜਾਓਗੇ ਹੁਣ। ਵਾਰ ਵਾਰ ਜਾਈ ਤਿਸ ਵਿਟਹੁ, ਜੋ ਮਨ ਤਨ ਤੁਧ ਆਰਾਧੇ ਜੀਉ। ਮੈਂ ਉਸ ਤੋਂ ਵਾਰੀ ਘੋਲੀ ਘੁਮਾਈ, ਵਾਰਨੇ ਫੇਰਨੇ ਬਲਿਹਾਰ ਜਾਨਾ, ਜੋ ਮਨੋਂ ਅੰਦਰੋਂ ਹੋ ਕੇ, ਤਨੋਂ ਐਨ ਸਾਫ ਧਨ ਹੋ ਕੇ ਆਪ ਜੀ ਨੂੰ ਰਾਧਦੇ ਨੇ। ਸਰੀਰ ਕਰਕੇ ਕੋਈ ਮਾੜੀ ਗੱਲ ਨਹੀਂ ਕਰਦੇ, ਮਨ ਕਰਕੇ ਵੀ ਰਾਧਦੇ ਨੇ, ਸਰੀਰ ਕਰਕੇ ਵੀ ਪਵਿੱਤਰ ਰਹਿੰਦੇ ਨੇ। ਮੈਂ ਉਹਦੀ ਜੀ ਕਰਦਾ ਸੇਵਾ ਕਰਾਂ, ਸਿਮਰਨ ਕਰਨ ਵਾਲੇ ਦੀ। ਕਿਵੇਂ ਸੇਵਾ? ਤਿਸ ਚਰਨ ਪਖਾਲੀ, ਜੋ ਤੇਰਾ ਮਾਰਗ ਚੱਲੈ, ਨੈਣ ਨਿਹਾਲੀ ਤਿਸ ਪੁਰਖ ਦਇਆਲੈ। ਇਹ ਮਹਾਰਾਜ ਜੀ ਮੈਂ ਉਹਦੇ ਚਰਨਾਂ ਨੂੰ ਧੋਣਾ, ਜੋ ਤੇਰੇ ਭਗਤੀ ਵਿਰਾਗ ਰੂਪੀ ਰਸਤੇ ਉੱਪਰ ਚੱਲਦੇ ਨੇ, ਅਤੇ ਤਿਸ ਦਿਆਲੂ ਪੁਰਖ ਨੂੰ ਸ਼ੁੱਧ ਬੁੱਧੀ ਰੂਪ ਅੱਖਾਂ ਨਾਲ ਦੇਖਦਾ। ਵੀ ਐਸੇ ਪੂਰਨ ਪੁਰਖਾਂ ਦੇ ਦਰਸ਼ਨ ਹੋ ਗਏ ਨੇ, ਜਿਨ੍ਹਾਂ ਦੀ ਜੋ ਹਰ ਵਕਤ ਹੀ ਸਰੂਪ ਸਾਡੀਆਂ ਅੱਖਾਂ ਦੇ ਰਹਿੰਦੇ ਅੱਗੇ, ਕਿਉਂਕਿ ਉਹਨੂੰ ਪ੍ਰਾਪਤੀ ਹੋ ਗਈ। ਜਿਹਦੇ ਅੰਦਰ ਨਾਮ ਦਾ ਵਾਸਾ ਹੋ ਗਿਆ, ਉਹ ਵੀ ਪਰਮੇਸ਼ਰ ਦਾ ਰੂਪ ਹੀ ਬਣ ਜਾਂਦਾ। ਮਨ ਦੇਵਾ ਤਿਸ ਆਪਣੇ ਸਾਜਨ, ਜਿਨ ਗੁਰ ਮਿਲ ਸੋ ਪ੍ਰਭ ਲਾਧੇ ਜੀਉ। ਇਸ ਆਪਣੇ ਸੱਜਣ ਨੂੰ ਮੈਂ ਆਪਣਾ ਮਨ ਦੇ ਦਿਆਂ, ਅਰਪਣ ਕਰ ਦਿਆਂ, ਤਨ ਵੀ ਦੇ ਦਿਆਂ, ਧਨ ਵੀ ਦੇ ਦਿਆਂ, ਸਾਰਾ ਕੁਝ। ਜਿਹਨੇ ਗੁਰਾਂ ਨਾਲ ਮਿਲ ਕੇ, ਸਤਿਗੁਰੂ ਨਾਲ ਮਿਲ ਕੇ, ਬਾਣੀ ਪੜ੍ਹ ਪੜ੍ਹ ਕੇ, ਖੋਜ ਕਰ ਕਰਕੇ ਵਾਹਿਗੁਰੂ ਨੂੰ ਲੱਭ ਲਿਆ ਆਪਣੇ ਅੰਦਰੋਂ। ਧੰਨ ਭਾਗ ਹੈ ਕਿ ਉਹਨੇ ਲੱਭ ਤਾਂ ਲਿਆ ਪ੍ਰਮਾਤਮਾ ਨੂੰ। ਸੇਵੜ ਭਾਗੀ ਜਿਨ ਤੁਮ ਜਾਣੇ, ਸਭ ਕੈ ਮੱਧੇ ਅਲਿਪਤ ਨਿਰਬਾਣੇ। ਉਹ ਬੰਦੇ ਬਹੁਤ ਵੱਡੇ ਭਾਗਾਂ ਵਾਲੇ ਨੇ, ਜਿਨ੍ਹਾਂ ਨੇ ਆਪ ਨੂੰ ਜਾਣ ਲਿਆ। ਜਾ ਕੇ ਉਹਨੇ ਦਰਸ਼ਨ ਕਰੀਏ। ਧੰਨ ਹੋ ਤੁਸੀਂ। ਦੁਨੀਆ ਸਾਰੀ ਦੇਖੋ ਹੋਰ ਹੀ ਪਾਸੇ ਲੱਗੀ ਹੋਈ ਹੈ, ਇੱਕ ਤੁਸੀਂ ਗੁਰਮੁਖ ਪਿਆਰਿਓ ਪਰਮਾਤਮਾ ਨੂੰ ਭਾਲ ਲਿਆ। ਸ਼ੁਕਰ ਹੈ। ਉਹ ਸਾਰਿਆਂ ਦੇ ਵਿੱਚ ਰਹਿੰਦੇ ਹੋਏ ਵੀ ਕਮਲ ਫੁੱਲ ਵਾਂਗੂ ਅਲਿਪਤ ਰਹਿੰਦੇ ਨੇ, ਅਸੰਗ ਰਹਿੰਦੇ ਨੇ, ਨਿਰਲੇਪ ਰਹਿੰਦੇ ਨੇ, ਅਤੇ ਨਿਰਬਾਣੇ ਹੁੰਦਾ ਨਿਰਬੰਧ ਰਹਿੰਦੇ ਨੇ, ਬੰਧਨਾਂ ਤੋਂ ਰਹਿਤ ਰਹਿੰਦੇ ਨੇ। ਸਾਧ ਕੈ ਸੰਗ ਉਨ ਭਉਜਲ ਤਰਿਆ, ਸਗਲ ਦੂਤ ਉਨ ਸਾਧੇ ਜੀਉ। ਉਹਨਾਂ ਵਡਭਾਗੀਆਂ ਨੇ ਸੰਤਾਂ ਨਾਲ ਮਿਲ ਕੇ, ਗੁਰਮੁਖਾਂ ਪਿਆਰਿਆਂ ਨਾਲ ਮਿਲ ਕੇ ਸੰਸਾਰ ਤੋਂ ਤਰਨਾ ਕੀਤਾ, ਅਤੇ ਉਹਨਾਂ ਨੇ ਸਭ ਕਾਮ, ਕ੍ਰੋਧ, ਲੋਭ, ਮੁੰਕਾਰ, ਇਹਨਾਂ ਸਾਰੇ ਦੂਤਾਂ ਨੂੰ ਸਾਧ ਲਿਆ, ਆਪਣੇ ਵੱਸ ਵਿੱਚ ਕਰ ਲਿਆ। ਔਰ ਕਦੇ ਵੀ ਉਹ ਜਿਹੜੇ ਦੂਤ ਨੇ, ਸਗਲ ਦੂਤ ਮੇਰੀ ਸੇਵਾ ਲਾਏ, ਉਹ ਉਲਟਾ ਮੇਰੀ ਸੇਵਾ ਕਰਦੇ ਨੇ। ਤਿਨ ਕੀ ਸਰਣ ਪਰਿਆ ਮਨ ਮੇਰਾ, ਮਾਣ ਤਾਣ ਤਜ ਮੋਹ ਅੰਧੇਰਾ। ਉਹਨਾਂ ਸੰਤਾਂ ਦੀ ਸ਼ਰਨ ਵਿੱਚ ਮੇਰਾ ਮਨ ਢਹਿ ਪਿਆ। ਭਈ ਤੁਸੀਂ ਪ੍ਰਾਪਤੀ ਕਰ ਲਈ, ਹਲੇ ਅਸੀਂ ਤਾਂ ਬਹੁਤ ਪਿੱਛੇ ਫਿਰਦੇ ਆਂ। ਅਤੇ ਮਾਣ ਮਨ ਦਾ, ਤਾਣ ਹੁੰਦਾ ਤਨ ਦਾ, ਅਤੇ ਹਨੇਰਾ ਰੂਪ ਜੋ ਮੋਹ ਹੈ ਉਹਨੂੰ ਤਿਆਗ ਦੇਣਾ ਕੀਤਾ ਉਹਨਾਂ ਕਰਕੇ। ਨਾਮ ਦਾਨ ਦੀਜੈ ਨਾਨਕ ਕੋ, ਤਿਸ ਪ੍ਰਭ ਅਗਮ ਅਗਾਧੇ ਜੀਉ। ਇਹ ਅਗਮ ਅਗਾਧ ਵਾਹਿਗੁਰੂ, ਤਿਸ ਉਹਨਾਂ ਸੰਤਾਂ ਦੇ ਸੰਗ ਦੁਆਰਾ ਮੈਨੂੰ ਸੇਵਕ ਨੂੰ ਵੀ ਨਾਮਦਾਨ ਦੇ ਦਿਓ। ਮੈਂ ਵੀ ਜੀ ਉਹਨਾਂ ਦੇ ਕੋਲ ਬੈਠਦਾ, ਮੇਰੇ ਤੇ ਕਿਰਪਾ ਕਰ ਦਿਓ। ਮਾੜਾ ਮੋਟਾ ਛਾਂਦਾ ਰੂੰਗਾ ਝੂੰਗਾ, ਕੋਈ ਮੇਰੇ ਤੇ ਵੀ ਮਿਹਰ ਕਰ ਦਿਓ ਗਰੀਬ ਤੇ। ਮਾਝ ਮਹੱਲਾ ਪੰਜਵਾ। ਤੂੰ ਪੇੜ ਸਾਖ ਤੇਰੀ ਫੂਲੀ, ਤੂੰ ਸੂਖਮ ਹੋਆ ਅਸਥੂਲੀ। ਪੇੜ ਹੁੰਦਾ ਮੁੱਢ ਰੂਪ ਵੀ ਤੂੰ ਹੀ ਹੈ, ਤੂੰ ਪੇੜ, ਅਤੇ ਸਾਰੀਆਂ ਸ਼ਾਖਾਂ ਤੇਰੀਆਂ ਹੀ ਪ੍ਰਫੁੱਲਤ ਹੋਈਆਂ। ਸਾਖ ਹੁੰਦਾ ਟਾਹਣੀਆਂ, ਤੇਰੀ ਫੂਲੀ, ਸਾਰਿਆਂ ਦਾ ਮੁੱਢ ਅਗਿਆਨ ਰੂਪ ਵੀ ਤੂੰ ਹੀ ਹੈ, ਕਿਉਂਕਿ ਅਗਿਆਨ ਨੇ ਸਾਰੇ ਸੰਸਾਰ ਨੂੰ ਰਚਿਆ। ਅਗਿਆਨ ਰਚੋ ਸੰਸਾਰ। ਤੂੰ ਹੀ ਪੇੜ ਤੋਂ ਭਾਵ ਮਾਇਆ ਸਬਲ, ਕਿਉਂਕਿ ਮਾਇਆ ਸਬਲ ਈਸ਼ਵਰ ਤੋਂ ਹੀ ਜਗਤ ਦੀ ਉਤਪਤੀ ਹੋਈ ਹੈ। ਏਕਾ ਮਾਈ ਜੁਗਤ ਵਿਆਈ ਹੈ। ਇਹ ਜਗਤ ਰੂਪ ਸ਼ਾਖਾਂ ਤੇਰੀਆਂ ਹੀ ਪ੍ਰਫੁੱਲਤ ਕੀਤੀਆਂ ਹੋਈਆਂ ਨੇ ਜੀ। ਤੂੰ ਹੀ ਸੂਖਮ ਤੱਤ ਹੈ, ਅਤੇ ਤੂੰ ਹੀ ਅਸਥੂਲ ਤੱਤ ਰੂਪ ਹੋ ਰਿਹਾ ਹੈ। ਤੂੰ ਹੀ ਸੂਖਮ ਸ੍ਰਿਸ਼ਟੀਆਂ, ਅਤੇ ਤੂੰ ਹੀ ਅਸਥੂਲ ਸ੍ਰਿਸ਼ਟੀ ਵੀ ਹੋ ਰਿਹਾ ਹੈ।
तू जल निध तू फेन बुध बुधा, तुद बिन अवर ना भाली है जीओ। प्रतख समुंदर रूप भी तू ही है, प्रतख फेन हुंदी झग रूप भी तू ही है, प्रतख बुध बुधे बुलबुले रूप भी तू ही है, संसार रूप समुंदर भी तू ही है। कहण तो भाव कि पदार्थां रूप झग भी तू ही है। भाव अर्थ इहदा ये असल, जीवा रूप बुलबुले भी तू ही है। जे भालीए तां आप जी तो बिना होर कोई भी नहीं है, सारा आप ही बनया होया तू। तू सूत मणिए भी तू है, तू गंठी मेर सिर तू है। सूतर रूप भी तू ही है, मणिया रूप भी तू ही है, गंढा रूप भी तू ही है, ਅਤੇ ਸ਼੍ਰੋਮਣੀ ਮੇਰ ਮਣਕਾ ਰੂਪ ਵੀ ਤੂੰ ਹੀ ਹੈ। ਇਹਦਾ ਕੀ ਭਾਵ ਹੋਇਆ ਜੀ? ਕਹਿੰਦੇ ਸੱਤਾ ਰੂਪੀ ਤੇ ਪ੍ਰਾਣਾ ਰੂਪ ਸੂਤ ਵੀ ਵਾਹਿਗੁਰੂ ਆਪ ਹੀ ਹੈ, ਤੂੰ ਹੀ ਹੈ ਵਾਹਿਗੁਰੂ ਸਾਰਾ ਕੁਛ। ਇਹ ਦੇਹਾਂ ਰੂਪ ਮਣੀਆਂ ਵੀ ਤੂੰ ਆਪ ਹੀ ਹੈ, ਵਰਨ ਆਸ਼ਰਮਾਂ ਰੂਪੀ ਗੰਢਾਂ ਵੀ ਤੂੰ ਆਪ ਹੀ ਹੈ, ਸ਼੍ਰੋਮਣੀ ਮੇਰੂ ਮਣਕਾ ਬ੍ਰਹਮਾ ਰੂਪ ਵੀ ਤੂੰ ਆਪ ਹੀ ਹੈ। ਕਿਉਂਕਿ ਸਭ ਤੋਂ ਪਹਿਲਾਂ ਬ੍ਰਹਮਾ ਨੂੰ ਪੈਦਾ ਕੀਤਾ, ਪ੍ਰਿਥਮ ਸਰੀਰੀ ਬ੍ਰਹਮਾ ਹਟੀਏ। ਇਸ ਕਰਕੇ ਆਦ ਮੱਧ ਅੰਤ ਪ੍ਰਭ ਸੋਈ, ਅਵਰ ਨਾ ਕੋਈ ਦਿਖਾਲੀ ਹੈ ਜੀਓ। ਇਹ ਭਾਈ ਆਦ ਮੱਧ ਅੰਤ ਤਿੰਨਾਂ ਕਾਲਾਂ ਵਿੱਚੋਂ ਵਾਹਿਗੁਰੂ ਪੂਰਨ ਰੂਪ ਹੈ, ਉਹ ਤੋਂ ਬਿਨਾਂ ਹੋਰ ਕੋਈ ਵੇਖਣ ਵਿੱਚ ਆਉਂਦਾ ਹੀ ਨਹੀਂ, ਕੋਈ ਨਜ਼ਰ ਹੀ ਨਹੀਂ ਆਉਂਦਾ ਦੂਜਾ। ਕਿਵੇਂ ਜੀ? ਕਹਿੰਦੇ ਤੂੰ ਨਿਰਗੁਣ ਸਰਗੁਣ ਸੁਖ ਦਾਤਾ, ਤੂੰ ਨਿਰਵਾਣ ਰਸੀਆ ਰੰਗ ਰਾਤਾ। ਤੂੰ ਨਿਰਗੁਣ ਸਰਗੁਣ ਸੁਖ ਦਾਤਾ, ਤੂੰ ਹੀ ਨਿਰਗੁਣ ਬ੍ਰਹਮ ਹੈ ਜੋ ਨਜ਼ਰ ਨਹੀਂ ਆਉਂਦਾ, ਤੇ ਬ੍ਰਹਮ ਤੋਂ ਸਰਗੁਣ ਸਰੂਪ ਹੋ ਕੇ ਜੀਵਾਂ ਨੂੰ ਸੁਖ ਦਿੰਦਾ ਜੋ ਨਜ਼ਰ ਆਉਂਦਾ, ਸੁਖਾਂ ਦਾ ਦਾਤਾ ਹੈ। ਤੂੰ ਨਿਰਵਾਣ ਰਸੀਆ ਰੰਗ ਰਾਤਾ, ਤੂੰ ਹੀ ਨਿਰਬੰਧ ਵਿਰਕਤ ਮਹਾਤਮਾ ਰੂਪ ਹੈ। ਤੂੰ ਹੀ ਕਹਿੰਦੇ ਰਸੀਆ ਹੁੰਦਾ, ਭੋਗੀ ਹੈ, ਰਸਾਂ ਦੇ ਲੈਣ ਵਾਲਾ। ਰਸਤੀ ਰੂਪ ਹੋ ਕੇ ਸਾਰੇ ਰੰਗਾਂ ਵਿੱਚ ਮਿਲਿਆ ਹੋਇਆ ਤੂੰ ਆਪ ਹੀ ਹੈ। ਆਪਣੇ ਕਰਤੱਵ ਆਪੇ ਜਾਣ ਹੈ, ਆਪੇ ਤੁਧ ਸੰਭਾਲੀ ਹੈ ਜੀਓ। ਤੂੰ ਆਪਣੇ ਕੰਮਾਂ ਨੂੰ ਆਪ ਹੀ ਜਾਣਦਾ ਅਤੇ ਆਪਣੇ ਸਰੂਪ ਨੂੰ ਤੂੰ ਆਪ ਹੀ ਸੰਭਾਲਦਾ ਹੈ। ਤੂੰ ਠਾਕੁਰ ਸੇਵਕ ਫੁਨ ਆਪੇ, ਤੂੰ ਗੁਪਤ ਪ੍ਰਗਟ ਪ੍ਰਭ ਆਪੇ। ਤੂੰ ਆਪ ਹੀ ਠਾਕੁਰ ਸੁਆਮੀ ਰੂਪ ਹੈ। ਫਿਰ ਜੀ ਕਹਿੰਦੇ ਤੁਸੀਂ ਆਪ ਹੀ ਸੇਵਕ ਰੂਪ ਬਣ ਜਾਂਦੇ ਹੋ। ਇਹ ਵਾਹਿਗੁਰੂ ਤੁਸੀਂ ਆਪ ਹੀ ਗੁਪਤ ਰੂਪ, ਆਪ ਹੀ ਪ੍ਰਗਟ ਰੂਪ ਹੋ ਜਾਂਦੇ ਹੋ। ਨਾਨਕ ਦਾਸ ਸਦਾ ਗੁਣ ਗਾਵੈ, ਇੱਕ ਭੋਰੀ ਨਦਰ ਨਿਹਾਲੀ ਹੈ ਜੀਓ। ਕਹਿੰਦੇ ਮਹਾਰਾਜ ਮੇਰੇ ਤੇ ਵੀ ਕਿਰਪਾ ਕਰ ਦਿਓ, ਮੈਂ ਦਾਸ ਤੁਹਾਡੇ ਸਦਾ ਗੁਣ ਗਾਉਂਦਾ ਰਹਾ। ਮੈਂ ਇੱਕ ਭੋਲੇ ਬੰਦੇ ਉੱਤੇ ਵੀ ਕਿਰਪਾ ਕਰ ਦਿਓ, ਭੋਰੀ ਹੁੰਦਾ ਰੰਚਕ ਮਾਤਰ ਵੀ ਕਿਰਪਾ ਕਰ ਦਿਓ। ਨਦਰ ਨਿਹਾਲੀ ਹੈ, ਕਿਰਪਾ ਦ੍ਰਿਸ਼ਟੀ ਨਾਲ ਵੇਖੋ ਤਾਂ ਗਿਆਨ ਰੂਪੀ ਜਿਹੜਾ ਨਾ ਭੋਰੀ ਹੁੰਦਾ ਪ੍ਰਕਾਸ਼, ਮੇਰੇ ਅੰਦਰ ਵੀ ਦਿਨ ਚੜਾ ਦਿਓ। ਕਿਰਪਾ ਦ੍ਰਿਸ਼ਟੀ ਨਾਲ ਤੱਕ ਲਓ, ਮੈਂ ਵੀ ਨਾਮ ਜਪਿਆ ਕਰਾਂ। ਬਾਜ ਮਹੱਲਾ ਪੰਜਵਾ। ਸਫਲ ਸੋ ਬਾਣੀ ਜਿਤ ਨਾਮ ਵਖਾਣੀ, ਗੁਰ ਪ੍ਰਸਾਦ ਕਿਨੈ ਬਿਰਲੇ ਜਾਣੀ। ਉਹ ਬਾਣੀ ਸਫਲ ਹੈ ਜਿਸ ਵਿੱਚ ਵਾਹਿਗੁਰੂ ਦੇ ਨਾਮ ਦਾ ਕਥਨ ਕੀਤਾ ਹੋਇਆ। ਗੁਰਾਂ ਦੀ ਕਿਰਪਾ ਨਾਲ ਇਹ ਗੱਲ ਕਿਸੇ ਬਿਰਲੇ ਬੰਦੇ ਨੇ ਮਹਾਰਾਜ ਕਹਿੰਦੇ ਜਾਣੀ ਹੈ। ਧੰਨ ਸੋ ਵੇਲਾ ਜਿਤ ਹਰ ਗਾਵਤ ਸੁਣਨਾ, ਆਏ ਤੇ ਪਰਵਾਨਾ ਜੀਓ। ਉਹ ਵੇਲਾ ਧੰਨਤਾ ਦੇ ਯੋਗ ਹੈ ਜਿਸ ਵੇਲੇ ਹਰੀ ਜਸ ਦਾ ਗਾਉਣਾ ਤੇ ਸੁਣਨਾ ਹੁੰਦਾ। ਜੋ ਹਰੀ ਜਸ ਨੂੰ ਸੁਣਦੇ ਨੇ ਉਹ ਮਨੁੱਖ ਦੁਨੀਆ ਵਿੱਚ ਆਏ ਹੋਏ ਪ੍ਰਮਾਣਿਕ ਨੇ। ਸੇ ਨੇਤਰ ਪ੍ਰਵਾਣ ਜਿਨੀ ਦਰਸ਼ਨ ਪੇਖਾ, ਸੇ ਕਰ ਭਲੇ ਜਿਨੀ ਹਰ ਜਸ ਲੇਖਾ। ਉਹ ਨੇਤਰ ਪ੍ਰਵਾਣ ਨੇ, ਸਫਲ ਨੇ, ਜਿਨ੍ਹਾਂ ਨੇਤਰਾਂ ਨੇ, ਅੱਖਾਂ ਨੇ ਵਾਹਿਗੁਰੂ ਦਾ ਦਰਸ਼ਨ ਦੇਖਿਆ ਹੈ। ਉਹ ਕਰ ਜਿਹੜੇ ਹੱਥ ਭਲੇ ਚੰਗੇ ਨੇ, ਜਿਨ੍ਹਾਂ ਹੱਥਾਂ ਨੇ ਹਰੀ ਜਸ ਨੂੰ ਲੇਖਾ ਲਿਖਿਆ ਹੈ। ਸੋ ਇਸ ਤਰ੍ਹਾਂ ਜਿਵੇਂ ਭਗਤ ਫਰੀਦ ਜੀ ਨੇ ਕਿਹਾ, ਕਾਗਾਂ ਕਰੰਗ ਢਡੋਲਿਆ ਸਗਲਾ ਖਾਇਆ ਮਾਸ, ਇਹ ਦੋਏ ਨੈਣਾ ਮਤ ਛੋਹ ਫਿਰ ਦੇਖਣ ਕੀ ਆਸ। ਸੇ ਚਰਨ ਸੁਹਾਵੇ ਜੋ ਹਰ ਮਾਰਗ ਚੱਲੇ, ਹਉ ਬਲ ਤਿਨ ਸੰਗ ਪਛਾਣਾ ਜੀਓ। ਉਹ ਪੈਰ ਵੀ ਸੋਹਣੇ ਨੇ, ਉਹ ਪੈਰ ਹਰੀ ਦੇ ਵਿਰਾਗ ਗਿਆਨ ਰੂਪ ਰਸਤੇ ਵਿੱਚ ਚੱਲਦੇ ਨੇ, ਜਿਨ੍ਹਾਂ ਨਾਲ ਮਿਲ ਕੇ ਵਾਹਿਗੁਰੂ ਨੂੰ ਪਛਾਣਿਆ। ਮੈਂ ਉਹਨਾਂ ਤੋਂ ਬਲਿਹਾਰ ਜਾਵਾਂ। ਸੁਣ ਸਾਜਨ ਮੇਰੇ ਮੀਤ ਪਿਆਰੇ, ਸਾਧ ਸੰਗ ਖਿਨ ਮਾਹੇ ਉਧਾਰੇ। ਇਹ ਮੇਰੇ ਪਿਆਰੇ ਮਿੱਤਰੇ ਲੋਕ ਦੇ ਅਤੇ ਸੱਜਣ ਪਰਲੋਕ ਦੇ ਵਾਹਿਗੁਰੂ, ਮੇਰੀ ਬੇਨਤੀ ਸੁਣ ਕੇ ਮੈਨੂੰ ਸਤਸੰਗ ਬਖਸ਼ਿਸ਼ ਕਰ ਦਿਓ। ਜਿਸ ਸਤਸੰਗ ਦੁਆਰਾ ਇੱਕ ਖਿਨ ਵਿੱਚ ਕਈ ਜੀਵ ਤੁਸੀਂ ਤਾਰੇ ਨੇ। ਕਿਲ ਵਿਖ ਕਾਟ ਹੋਆ ਮਨ ਨਿਰਮਲ, ਮਿਟ ਗਏ ਆਵਣ ਜਾਣਾ ਜੀਓ। ਕਹਿੰਦੇ ਸਤਸੰਗ ਦੁਆਰਾ ਗੁਰਮੁਖਾਂ ਨੇ ਚਾਰੇ ਕਿਲਵਖਾਂ ਨੂੰ ਕੱਟ ਦਿੱਤਾ ਤੇ ਮਨ ਸ਼ੁੱਧ ਹੋ ਗਿਆ।
ਅਤੇ ਜੀਵ ਦੇ ਜਿਹੜਾ ਆਉਣਾ ਜਾਣਾ ਸੀ, ਜੰਮਣਾ ਮਰਨਾ, ਇਹ ਸਾਰੇ ਸੰਕਲਪ ਹੀ ਮਿਟ ਗਏ ਨੇ। ਦੋਏ ਕਰ ਜੋੜ ਇੱਕ ਬਿਨੋ ਕਰੀਜੈ, ਕਰ ਕਿਰਪਾ ਡੁੱਬਦਾ ਪੱਥਰ ਲੀਜੈ। ਮਹਾਰਾਜ ਕਹਿੰਦੇ ਭਾਈ ਤੁਸੀਂ ਵੀ ਦੋਵੇਂ ਹੱਥ ਜੋੜ ਕੇ ਮਹਾਰਾਜ ਅੱਗੇ ਬੇਨਤੀ ਕਰੋ। ਮੈਂ ਦੋਵੇਂ ਹੱਥ ਜੋੜ ਕੇ ਮੈਂ ਵੀ ਬੇਨਤੀ ਕਰਦਾ, ਇਹ ਵਾਹਿਗੁਰੂ ਕਿਰਪਾ ਕਰਕੇ ਪੱਥਰ ਦੀ ਨਿਆਏ ਹੋਈ ਡੁੱਬਦੇ ਜੀਵ ਨੂੰ ਆਪ ਕੱਢ ਲਓ ਜੀ, ਸਾਨੂੰ ਆਪ ਕੱਢ ਲਓ, ਕਿਰਪਾ ਕਰਕੇ ਬਚਾ ਲਓ, ਅਸੀਂ ਸੰਸਾਰ ਸਾਗਰ ਵਿੱਚ ਡੁੱਬਦੇ ਜਾ ਰਹੇ ਹਾਂ ਜੀ। ਜਦੋਂ ਬੇਨਤੀ ਕੀਤੀ ਸਤਿਗੁਰੂ ਮਹਾਰਾਜ ਫਰਮਾਉਂਦੇ ਨੇ, ਨਾਨਕ ਕਉ ਪ੍ਰਭ ਭਏ ਕਿਰਪਾਲਾ, ਪ੍ਰਭ ਨਾਨਕ ਮਨ ਭਾਣਾ ਜੀਓ। ਧੰਨ ਗੁਰੂ ਅਰਜਨ ਦੇਵ ਮਹਾਰਾਜ ਫਰਮਾਉਂਦੇ, ਕਹਿੰਦੇ ਮੈਂ ਸੇਵਕ ਉੱਤੇ ਵਾਹਿਗੁਰੂ ਕਿਰਪਾਲੂ ਹੋਇਆ ਤਾਂ ਅਦਵੈਤ ਵਾਹਿਗੁਰੂ ਮੇਰੇ ਮਨ ਵਿੱਚ ਭਾ ਆ ਗਿਆ। ਇਸ ਕਰਕੇ ਨਾਨਕ ਕਉ ਪ੍ਰਭ ਭਏ ਕਿਰਪਾਲਾ, ਪ੍ਰਭ ਨਾਨਕ ਮਨ ਭਾਣਾ ਜੀਓ। ਮਹਾਰਾਜ ਕਹਿੰਦੇ ਮੈਂ ਸੇਵਕ ਉੱਤੇ ਵਾਹਿਗੁਰੂ ਜਦੋਂ ਕਿਰਪਾਲੂ ਹੋਇਆ ਤਾਂ ਨਾਨਕ ਤੋਂ ਭਾਵ ਅਦਵੈਤ ਵਾਹਿਗੁਰੂ ਮੇਰੇ ਮਨ ਵਿੱਚ ਭਾ ਗਿਆ, ਚੰਗਾ ਲੱਗਿਆ। ਮਾਝ ਮਹੱਲਾ ਪੰਜਵਾ। ਪ੍ਰਭ ਕਿਰਪਾ ਤੇ ਹਰ ਹਰ ਧਿਆਵੋ, ਪ੍ਰਭੂ ਦਇਆ ਤੇ ਮੰਗਲ ਗਾਵੋ। ਵਾਹਿਗੁਰੂ ਦੀ ਕਿਰਪਾ ਨਾਲ ਵਾਹਿਗੁਰੂ ਵਾਹਿਗੁਰੂ ਨੂੰ ਧਿਆਓ ਬਈ। ਪ੍ਰਭੂ ਦੀ ਦਇਆ ਨਾਲ ਉਹਦੇ ਮੰਗਲਦਾਇਕ ਗੁਣਾਂ ਨੂੰ ਹਮੇਸ਼ਾ ਗਾਉਣ ਲੱਗੇ ਰਹੋ। ਹੌਲੀ ਹੌਲੀ ਸਹਿਜ ਵਿੱਚ ਧਿਆਨ ਸਾਰੇ ਪਾਸਿਓਂ ਹਟਾ ਕੇ ਕਿੰਨਾ ਕੁ ਚਿਰ ਗਾਈਏ ਜੀ ਪਰਮਾਤਮਾ ਦਾ ਨਿਤਨੇਮ, ਉਹਦਾ ਨਾਮ ਕਿੰਨਾ ਚਿਰ ਜਪਣਾ ਚਾਹੀਦਾ। ਆਮ ਤੌਰ ਤੇ ਇਹੀ ਪ੍ਰਸ਼ਨ ਹੁੰਦਾ, ਮੂਲ ਮੰਤਰ ਕਿੰਨਾ ਚਿਰ ਕਰੀਏ, ਵਾਹਿਗੁਰੂ ਮੰਤਰ ਕਿੰਨਾ ਚਿਰ ਜਪੀਏ, ਕਿੰਨੀ ਦੇਰ ਆਹ ਕਰੀਏ, ਕਿੰਨੀ ਦੇਰ ਕਰੀਏ। ਸਤਿਗੁਰੂ ਗ੍ਰੰਥ ਸਾਹਿਬ ਮਹਾਰਾਜ ਫਰਮਾਉਂਦੇ, ਪੰਜਵੇਂ ਪਾਤਸ਼ਾਹ ਫਰਮਾਉਂਦੇ ਨੇ, ਊਠਤ ਬੈਠਤ ਸੋਵਤ ਜਾਗਤ, ਹਰ ਧਿਆਈਐ ਸਗਲ ਅਵਰਦਾ ਜੀਓ। ਅਵਰਦਾ ਹੁੰਦੀ ਉਮਰਾ, ਸਾਰੀ ਉਮਰ ਹੀ ਉੱਠਦਿਆਂ ਬੈਠਦਿਆਂ ਵੀ ਵਾਹਿਗੁਰੂ, ਉੱਠਦਿਆਂ ਵੀ ਵਾਹਿਗੁਰੂ, ਸੁੱਤਿਆਂ ਵੀ ਵਾਹਿਗੁਰੂ, ਜਾਗਦਿਆਂ ਵੀ ਵਾਹਿਗੁਰੂ, ਸਾਰੀ ਉਮਰ ਵਾਹਿਗੁਰੂ ਨਾਮ ਨੂੰ ਧਿਆਈ ਜਾਣਾ, ਛੱਡਣਾ ਨਹੀਂ ਜਦ ਤੱਕ ਸਵਾਸ ਨੇ। ਨਾਮ ਔਖਦ ਮੋਕਉ ਸਾਧੂ ਦੀਆ, ਕਿਲ ਬਿਖ ਕਾਟੇ ਨਿਰਮਲ ਥੀਆ। ਸੰਤਾਂ ਨੇ ਕਿਰਪਾ ਕੀਤੀ, ਮੈਨੂੰ ਨਾਮ ਰੂਪ ਦਵਾਈ ਦੇ ਦਿੱਤੀ। ਸਤਿਗੁਰੂ ਨੇ ਕਿਰਪਾ ਕੀਤੀ ਹੈ, ਦਵਾਈ ਦੇ ਦਿੱਤੀ ਨਾਮ ਦੀ। ਦੇਣ ਵਾਲੇ ਸਤਿਗੁਰੂ ਹੀ ਨੇ, ਪਰ ਮਹਾਤਮਾ ਦਾ ਨਾਮ ਵਿੱਚ ਵਡਿਆਈ। ਜਿਵੇਂ ਦੇਣ ਵਾਲੇ ਆਪ ਨੇ, ਪੰਜਵੇਂ ਪਾਤਸ਼ਾਹ ਸਭ ਕੁਝ। ਮਾਤਾ ਗੰਗਾ ਜੀ ਨੂੰ ਕਹਿਣ ਲੱਗੇ, ਤੁਹਾਨੂੰ ਪੁੱਤਰ ਦੀ ਦਾਤ ਬਾਬਾ ਬੁੱਢਾ ਜੀ ਦੇਣਗੇ। ਦੇ ਤਾਂ ਉੱਥੇ ਹੀ ਦਿੱਤੀ, ਬਚਨ ਦੇ ਵਿੱਚ ਹੀ ਗੋਝ ਭੇਦ ਹੈ ਕਿ ਤੁਹਾਨੂੰ ਬਾਬਾ ਬੁੱਢਾ ਜੀ ਤੋਂ ਦਾਤ ਮਿਲਣੀ ਹੈ। ਮਿਲ ਗਈ ਇੱਥੋਂ ਹੀ, ਪਰ ਜਾਣਾ ਪੈਣਾ ਉੱਥੇ, ਉੱਥੋਂ ਕਿਰਪਾ ਹੋਣੀ ਹੈ। ਇਸ ਕਰਕੇ ਸਤਿਗੁਰੂ ਕਹਿੰਦੇ ਉਹ ਨਾਮ ਦੇ ਪ੍ਰਤਾਪ ਨਾਲ ਜਿਹੜੇ ਫਿਰ ਪਾਪ ਸੀ ਨਾ ਸਾਰੇ ਕੱਟ ਦਿੱਤੇ, ਤੇ ਮਨ ਹੁਣ ਮੇਰਾ ਸ਼ੁੱਧ ਹੋ ਗਿਆ। ਆਨੰਦ ਭਇਆ ਨਿਕਸੀ ਸਭ ਪੀਰਾ, ਸਗਲ ਬਿਨਾਸੇ ਦਰਦਾ ਜੀਓ। ਸੰਪੂਰਨ ਆਨੰਦ ਪ੍ਰਾਪਤ ਹੋ ਗਿਆ, ਜਨਮ ਮਰਨ ਦੀ ਸਾਰੀ ਪੀੜਾ ਹੁਣ ਮਨ ਦੇ ਅੰਦਰੋਂ ਨਿਕਲ ਗਈ। ਸੋ ਦਰਦਾਂ ਜੋ ਦੁੱਖਾਂ ਦੇ ਦੇਣ ਵਾਲੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਸੀ ਉਹ ਵੀ ਖਤਮ ਹੋ ਗਏ। ਈਰਖਾ ਆਦਿਕ ਵੀ ਦਰਦ ਸਾਰੇ ਦੂਰ ਹੋ ਗਏ। ਇਹ ਸਾਰੀਆਂ ਚੀਜ਼ਾਂ ਦਰਦ ਦੁੱਖ ਹੀ ਦਿੰਦੀਆਂ ਨੇ। ਜਿਸ ਕਾ ਅੰਗ ਕਰੇ ਮੇਰਾ ਪਿਆਰਾ, ਸੋ ਮੁਕਤਾ ਸਾਗਰ ਸੰਸਾਰਾ। ਮੇਰਾ ਵਾਹਿਗੁਰੂ ਪ੍ਰਮਾਤਮਾ ਜੀ ਦਾ ਅੰਗ ਕਰੇ, ਪੱਖ ਕਰੇ, ਉਹ ਸੰਸਾਰ ਸਾਗਰ ਦੇ ਦੁੱਖਾਂ ਤੋਂ ਮੁਕਤ ਰੂਪ ਹੋ ਜਾਂਦਾ ਭਾਈ। ਸਤ ਕਰੇ ਜਿਨ ਗੁਰੂ ਪਛਾਤਾ, ਸੋ ਕਾਹੇ ਕਉ ਡਰਦਾ ਜੀਓ। ਜਿਸ ਨੇ ਨਿਸ਼ਚੈ ਕਰਕੇ ਗੁਰਾਂ ਨੂੰ ਸਤ ਚੇਤਨ ਆਨੰਦ ਸਰੂਪ ਕਰਕੇ ਪਛਾਣਿਆ, ਉਹ ਕਿਸ ਵਾਸਤੇ ਕਿਸੇ ਤੋਂ ਨਹੀਂ ਡਰਦਾ। ਕਿਉਂ ਡਰੇਗਾ? ਕਿਉਂਕਿ ਸਤ ਚੇਤਨ ਆਨੰਦ ਸਰੂਪ ਹੈ ਪ੍ਰਮਾਤਮਾ। ਸਤ ਚੇਤਨ ਆਨੰਦ ਸਰੂਪ ਹੀ ਸਤਿਗੁਰੂ ਦਾ, ਦੋਨਾਂ ਦਾ ਸਰੂਪ ਇੱਕੋ ਹੀ ਆ। ਇਸ ਕਰਕੇ ਸਤਿਗੁਰੂ ਮਹਾਰਾਜ ਦੇ ਨਾਲ ਜਿਹੜਾ ਜੁੜ ਗਿਆ, ਹੁਣ ਉਹਨੇ ਤਿੰਨ ਡਰ ਜਿਹੜਾ ਸੀ ਸਾਰਾ ਹੀ ਸੁੱਟ ਦਿੱਤਾ। ਉਹਨਾਂ ਨੇ ਜਿੰਨਾ ਵੀ ਡਰ ਸੀ ਸਾਰੇ ਡਰ ਨੂੰ ਖਤਮ ਕਰ ਦਿੱਤਾ ਆਪਣੇ ਮਨ ਦੇ ਅੰਦਰੋਂ। ਜਬ ਤੇ ਸਾਧੂ ਸੰਗਤ ਪਾਏ, ਗੁਰ ਭੇਟਤ ਹਉ ਗਈ ਬੁਲਾਏ। ਜਦੋਂ ਤੋਂ ਸਾਧੂਆਂ ਦੀ ਸੰਗਤ ਵਿੱਚ ਸ਼ੁਭ ਗੁਣ ਪ੍ਰਾਪਤ ਕੀਤੇ ਨੇ ਤੇ ਗੁਰਾਂ ਨਾਲ ਮਿਲਾਪ ਹੋਇਆ, ਉਦੋਂ ਤੋਂ ਹੰਗਤਾ ਰੂਪੀ ਜਿਹੜੀ ਬਲਾ ਚਿੰਬੜੀ ਹੋਈ ਸੀ ਇਹ ਚਲੀ ਗਈ। ਸਾਸ ਸਾਸ ਹਰ ਗਾਵੈ ਨਾਨਕ, ਸਤਿਗੁਰ ਢਾਕ ਲਿਆ ਮੇਰਾ ਪੜਦਾ ਜੀਓ।
मैं तो हुण अंदर बाहर आउंदे जांदे सवास नाल वाहिगुरू वाहिगुरू करी जाना। धन गुरु नानक देव सच्चे पातशाह जिन्हां ने मेरा पड़दा ढक लिया। धन गुरु रामदास महाराज, धन गुरु ग्रंथ साहिब सच्चे पातशाह जिहड़ा साडे पड़दे ढकदा सारिआं दे। माज महला पंजवा। ओत पोत सेवक संगराता, प्रभ प्रतपाले सेवक सुखदाता। मेरा वाहिगुरू परमात्मा जिहड़ा है ना, ओत पोत हुंदा ताणे पेटे बत, अपने सेवकां नाल राता तो भाव मिलिया होया। ताणा ते पेटा ये हुंदा जदों खड्डी ते कपड़ा बुणदे ने, एक धागा सीधा जांदा ते फिर एक खब्बे ते सज्जे नूं जांदा, सीधा जिहड़ा ताणा ते खब्बे सज्जे वाला पेटा। इस तरह ताणे पेटे दे वत सेवक दे नाल परमात्मा मिलिया होया। प्रभ प्रतपाले सेवक सुखदाता, ते सुखां दा दाता वाहिगुरू अपने सेवकां दी आप प्रतिपालना करदा। पाणी पखा पीसों सेवक कै, ठाकुर ही काया हर जीओ। कहने भाई उन्हां सेवकां कोल रह के पानी भरो, पानी वरताओ, पानी छिड़को, संगत विच भी ये काम करो। जे गर्मी है तो पखा करो, ਚੱਕੀ ਵਿੱਚ ਦਾਣੇ ਪਾ ਕੇ ਪੀਸੋ। ਕਹਿੰਦੇ ਇਹ ਜ਼ਮਾਨਾ ਗਿਆ, ਇਹ ਜ਼ਮਾਨੇ ਨੂੰ ਕਿਹੜਾ ਦੇਰ ਲੱਗਣੀ, ਫੇਰ ਆ ਜਾਣਾ, ਫੇਰ ਉਦੋਂ ਕਰ ਲਿਓ। ਜਿਨ੍ਹਾਂ ਨੂੰ ਕੇਵਲ ਇੱਕ ਠਾਕੁਰ ਦੇ ਭਜਨ ਸਿਮਰਨ ਦਾ ਆਹਰ ਹੈ, ਉਦਮ ਹੋ ਰਿਹਾ ਹੈ, ਉਹ ਤਾਂ ਬਸ ਇਹੀ ਕਰਦੇ ਨੇ ਕਿ ਰੱਬ ਦੇ ਪਿਆਰਿਆਂ ਕੋਲ ਰਹਿ ਕੇ ਸੇਵਾ ਕਰਦੇ ਨੇ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਸੇਵਕ ਨੂੰ ਤਾਂ ਸੇਵਾ ਹੀ ਕਰਨੀ ਚਾਹੀਦੀ ਹੈ ਤੇ ਇਹਦੇ ਵਿੱਚੋਂ ਹੀ ਸਾਰਾ ਕੁਝ ਸਾਨੂੰ ਪ੍ਰਾਪਤ ਹੋਣਾ ਹੈ। ਕਾਟ ਸਿਲਕ ਪ੍ਰਭ ਸੇਵਾ ਲਾਇਆ, ਹੁਕਮ ਸਾਹਿਬ ਕਾ ਸੇਵਕ ਮਨ ਭਾਇਆ। ਜਿਹਨੇ ਜਾਤੀ ਦੀ ਹੰਗਤਾ ਰੂਪ ਸਿਲਕ ਦੀ ਜਿਹੜੀ ਫਾਹੀ ਹੈ, ਸੋ ਉਹ ਫਾਹੀ ਕੱਟ ਕੇ ਆਪਣੇ ਆਪ ਨੂੰ ਵਾਹਿਗੁਰੂ ਦੀ ਸੇਵਾ ਵਿੱਚ ਲਗਾਇਆ ਹੈ। ਤੋ ਮਹਾਰਾਜ ਸੱਚੇ ਪਾਤਸ਼ਾਹ ਨੇ ਉੱਤੇ ਕਿਰਪਾ ਕਰਤੀ ਤੇ ਪ੍ਰਮਾਤਮਾ ਦਾ ਹੁਕਮ ਜਿਸ ਸੇਵਕ ਦੇ ਮਨ ਵਿੱਚ ਭਾਉਂਦਾ, ਉਹਨੇ ਸਾਰਾ ਕੁਝ ਹੀ ਕੱਟ ਮਾਰਿਆ ਆਪਣਾ, ਕਿਉਂਕਿ ਉਹਨੇ ਜਿਹਨੇ ਸਰੀਰ ਨੂੰ ਦੇਖਣਾ ਉਹਦੇ ਅੰਦਰ ਸਾਰੀਆਂ ਅਲਾਮਤਾਂ ਨੇ। ਸਰੀਰ ਹੋਰ ਚੀਜ਼ ਹੈ। ਜਿਹੜੇ ਬੰਦੇ ਸਿਰਫ ਸਰੀਰ ਦੇਹ ਅਧਿਆਸ ਵਿੱਚ ਫਸੇ ਹੋਏ ਨੇ ਉਹ ਭਗਤੀ ਨਹੀਂ ਕਰ ਸਕਦੇ। ਜਿਹੜੇ ਸਿਰਫ ਆਪਣੇ ਆਪ ਨੂੰ ਆਤਮਾ ਸਮਝ ਕੇ ਭਗਤੀ ਕਰਦੇ ਨੇ ਉਹ ਭਗਤੀ ਕਰ ਸਕਦੇ ਨੇ। ਸੋਈ ਕਮਾਵੈ ਜੋ ਸਾਹਿਬ ਭਾਵੈ, ਸੇਵਕ ਅੰਤਰ ਬਾਹਰ ਮਾਹਰ ਜੀਓ। ਅਤੇ ਉਹੀ ਕਰਮ ਕਮਾਉਂਦਾ ਸੇਵਕ ਜਿਹੜਾ ਮਾਲਕ ਨੂੰ ਭਾਉਂਦਾ। ਇਹੋ ਜਿਹਾ ਸੇਵਕ ਅੰਦਰ ਬਾਹਰ ਦੇਸ਼ ਪ੍ਰਦੇਸ਼ ਸਾਰੇ ਕਿਤੇ ਮਾਹਰ ਹੁੰਦਾ, ਪ੍ਰਸਿੱਧ ਹੋ ਜਾਂਦਾ। ਅਜਿਹਾ ਸੇਵਕ ਮਾਲਕ ਦੇ ਘਰ ਦੇ ਅੰਦਰ ਬਾਹਰ ਪ੍ਰਸਿੱਧ ਹੋ ਜਾਂਦਾ। ਤੂੰ ਦਾਨਾ ਠਾਕੁਰ ਸਭ ਵਿਦ ਜਾਣ ਹੈ, ਠਾਕੁਰ ਕੇ ਸੇਵਕ ਹਰ ਰੰਗ ਮਾਣ ਹੈ। ਕਹਿੰਦੇ ਇਹ ਭਾਈ ਤੂੰ ਐਸੇ ਨਿਸ਼ਚਾ ਕਰ ਲੈ ਬੰਦਿਆ, ਉਹ ਠਾਕੁਰ ਜਿਹੜਾ ਦਾਨਾ ਹੈ, ਬਹੁਤ ਦਨਾ ਸੁਭਾਅ ਦਾ ਹੈ, ਬਹੁਤ ਸਿਆਣਾ, ਸਾਰੀਆਂ ਵਿਧੀਆਂ ਨੂੰ ਆਪ ਹੀ ਜਾਣਦਾ ਹੈ। ਠਾਕੁਰ ਦੇ ਸੇਵਕ ਜਿਹੜੇ ਪਰਮਾਤਮਾ ਦੇ ਸੇਵਕ ਨੇ ਉਹ ਹਰੀ ਦੇ ਰੰਗ ਨੂੰ, ਆਨੰਦ ਨੂੰ ਮਾਣਦੇ ਰਹਿੰਦੇ, ਭੋਗਦੇ ਰਹਿੰਦੇ ਹਮੇਸ਼ਾ। 102 ਅੰਗ ਤੇ ਮਹਾਰਾਜ ਫਰਮਾਉਂਦੇ ਅੱਗੇ, ਜੋ ਕਿਛ ਠਾਕੁਰ ਕਾ ਸੋ ਸੇਵਕ ਕਾ, ਸੇਵਕ ਠਾਕੁਰ ਹੀ ਸੰਗ ਜਾਹਰ ਜੀਓ। ਜੋ ਕੁਝ ਸੁਆਮੀ ਦਾ ਹੁੰਦਾ ਉਹੀ ਸੇਵਕ ਦਾ ਹੁੰਦਾ। ਦਾਸ ਆਪਣੇ ਸੁਆਮੀ ਦੇ ਨਾਲ ਹੀ ਸਾਰੇ ਕਿਤੇ ਜਾਹਰ, ਪ੍ਰਸਿੱਧ ਤੋਂ ਭਾਵ ਪ੍ਰਗਟ ਹੁੰਦਾ। ਇਸ ਕਰਕੇ ਸੁਆਮੀ ਕਰਕੇ ਹੀ ਸਾਰੇ ਕਿਤੇ ਆਪਾਂ ਪ੍ਰਗਟ ਹੁੰਦੇ ਆ। ਅੱਖਰ ਲੱਗਦਾ ਪਹਿਲਾਂ ਗੁਰੂ ਦਾ ਸਿੱਖ, ਇਸ ਕਰਕੇ ਗੁਰੂ ਦਾ ਨਾਮ ਪਹਿਲਾਂ। ਆਪਣੇ ਠਾਕੁਰ ਜੋ ਪਹਿਰਾਇਆ, ਬੌਰ ਨਾ ਲੇਖਾ ਪੁੱਛ ਬੁਲਾਇਆ। ਆਪਣੇ ਸੁਆਮੀ ਨੇ ਜਿਹਨੂੰ ਆਪਣਾ ਸੇਵਕ ਮੰਨ ਕੇ ਪ੍ਰੇਮ ਰੂਪ ਸਿਰੋਂ ਪਾ ਪਹਿਨਾ ਦਿੱਤਾ ਨਾ, ਮੁੜ ਕੇ ਉਹਨੂੰ ਲੇਖਾ ਪੁੱਛਣ ਵਾਸਤੇ ਨਹੀਂ ਬੁਲਾਇਆ। ਸਾਰੇ ਲੇਖੇ ਮਿਟੇ ਦਿੱਤੇ ਨੇ, ਉਹਦੇ ਪਾੜ ਹੀ ਦਿੱਤੇ ਨੇ ਲੇਖੇ। ਇਸ ਸੇਵਕ ਕੈ ਨਾਨਕ ਕੁਰਬਾਨੀ, ਸੋ ਗਹਿਰ ਗੰਭੀਰਾ ਗਾਓ ਹਰ ਜੀਓ। ਸਤਿਗੁਰੂ ਮਹਾਰਾਜ ਫਰਮਾਉਂਦੇ ਨੇ ਉਸ ਸੇਵਕ ਤੋਂ ਮੈਂ ਬਲਿਹਾਰ ਜਾਵਾਂ ਜਿਹਦੇ ਲੇਖੇ ਪਾੜਤੇ ਨੇ। ਧਰਮ ਰਾਏ ਦਰ ਕਾਗਦ ਫਾਰੇ ਜਨ ਨਾਨਕ ਲੇਖਾ ਸਮਝਾ। ਉਹ ਸੇਵਕ ਗਹਿਰ ਬੜਾ ਡੂੰਘਾ, ਗੰਭੀਰਾ ਤੋਂ ਭਾਵ ਨਿਰਹਲ ਹੈ, ਅਤੇ ਗੌਹਰ ਹੁੰਦਾ ਮੋਤੀ ਵਾਂਗੂ ਸ਼ੁੱਧ ਹੈ।